So in today's class, our main focus, our main objective will be to know about scientific method, the meaning and the various steps of scientific method, and characteristics and limitation of scientific method. ਲਾਸਟ ਟਾਈਮ ਅਸੀਂ ਕਲਾਸ 'ਚ ਡਿਸਕਸ ਕੀਤਾ ਸੀ ਕਿ ਡਿਫਰੈਂਟ ਵੇਜ਼ ਨੇ ਟਰੁੱਥ ਨੂੰ ਜਾਣਨ ਦੇ ਜਾਂ ਸੱਚ ਨੂੰ ਜਾਣਨ ਦੇ ਜਾਂ ਰਿਸਰਚ ਕਰਨ ਦੇ, ਜਿਹਦੇ ਵਿੱਚ ਆਪਾਂ ਪਰਸਨਲ ਐਕਸਪੀਰੀਅੰਸਸ, ਟ੍ਰੈਡੀਸ਼ਨ ਐਂਡ ਅਥਾਰਟੀ, ਉਸ ਤੋਂ ਬਾਅਦ ਜਿਵੇਂ ਜਿਵੇਂ ਅਲੱਗ-ਅਲੱਗ ਸਮੇਂ ਚੇਂਜ ਹੁੰਦੀ ਗਈ, ਇੰਡਕਸ਼ਨ ਮੈਥਡ, ਡਿਡਕਸ਼ਨ ਮੈਥਡ, ਦੈਨ ਦੋਨਾਂ ਨੂੰ ਇਕੱਠੇ ਕਰਕੇ ਸਾਇੰਟੀਫਿਕ ਮੈਥਡ, ਉਹ ਆਪਾਂ 5 ਵੇਜ਼ ਆਫ ਨੋਇੰਗ ਦਾ ਟਰੁੱਥ ਪੜ੍ਹਿਆ ਸੀ ਰਿਸਰਚ ਦੇ ਵਿੱਚ ਪਹਿਲਾਂ, ਤੇ ਲਾਸਟ ਤੇ ਅਸੀਂ ਕਨਕਲੂਡ ਕੀਤਾ ਸੀ ਕਿ ਐਟ ਪ੍ਰੈਜ਼ੈਂਟ ਜੋ ਪਹਿਲਾਂ ਵਾਲੇ ਸਾਰੇ ਟ੍ਰੈਡੀਸ਼ਨਲ ਮੈਥਡ ਚੱਲਦੇ ਸੀ ਉਹਨਾਂ ਦਾ ਰਿਵਾਈਜ਼ ਫਾਰਮ ਜਾਂ ਉਹਨਾਂ ਦਾ ਜਿਹੜਾ ਬੈਸਟ ਆਪਾਂ ਕਹੀਏ ਕਿ ਉਹਨਾਂ ਚੋਂ ਲੈ ਕੇ ਜੋ ਬਣਿਆ ਹੈ ਦੈਟ ਇਜ਼ ਸਾਇੰਟੀਫਿਕ ਮੈਥਡ। ਸੋ ਅੱਜ ਦੀ ਕਲਾਸ ਸਾਡੀ ਮੇਨ ਫੋਕਸ ਰਹੇਗਾ ਕਿ ਵਾਟ ਇਜ਼ ਸਾਇੰਟੀਫਿਕ ਮੈਥਡ, ਉਹਦਾ ਮੀਨਿੰਗ, ਉਹਦੀਆਂ ਕਰੈਕਟਰਿਸਟਿਕਸ ਤੇ ਉਹਦੇ ਸਟੈਪਸ। ਸੋ ਵੀ ਆਰ ਸਟਾਰਟਿੰਗ ਵਿਦ ਦਾ ਸਾਇੰਟੀਫਿਕ ਮੈਥਡ। ਆਈ ਐਮ ਸ਼ੇਅਰਿੰਗ ਦਾ ਸਕਰੀਨ। ਸੋ ਅੱਜ ਦਾ ਟੌਪਿਕ ਆਪਣਾ ਸਾਇੰਟੀਫਿਕ ਮੈਥਡ। ਸਭ ਤੋਂ ਪਹਿਲਾ ਕੁਐਸਚਨ ਇਹ ਰੇਜ਼ ਹੁੰਦਾ ਕਿ ਹਾਊ ਇਜ਼ ਇਟ ਡਿਫਰੈਂਟ ਫਰੋਮ ਨਾਨ ਸਾਇੰਟੀਫਿਕ ਮੈਥਡ। ਜਿਵੇਂ ਆਪਾਂ ਪਹਿਲਾਂ ਕਿਹਾ ਟ੍ਰੈਡੀਸ਼ਨ ਜਾਂ ਪਰਸਨਲ ਐਕਸਪੀਰੀਅੰਸ, ਉਹ ਸਾਰੇ ਕਿਸ ਜਾਂ ਅਥਾਰਟੀ ਤੇ ਯਕੀਨ ਕਰਨਾ, ਦੋਜ਼ ਵਰ ਦਾ ਨਾਨ ਸਾਇੰਟੀਫਿਕ ਮੈਥਡ। ਉਹਦਾ ਜਿਹੜਾ ਸਾਨੂੰ ਅਸੀਂ ਸਾਇੰਸ ਦੇ ਵਿੱਚ ਪੜ੍ਹਿਆ ਸੀ ਕਿ ਸਾਇੰਸ ਬੇਸਿਕਲੀ ਗੱਲ ਕਰਦੀ ਆ ਕਾਜ਼ ਐਂਡ ਇਫੈਕਟ ਦੀ, ਤੇ ਜਿਹੜੇ ਪਹਿਲੇ ਵੇਜ਼ ਹੁੰਦੇ ਸੀ ਟਰੁੱਥ ਨੂੰ ਜਾਣਨ ਦੇ ਜਾਂ ਰਿਸਰਚ ਕਰਨ ਦੇ, ਉਹਨਾਂ ਦੇ ਵਿੱਚੋਂ ਕਾਜ਼ ਐਂਡ ਇਫੈਕਟ ਪ੍ਰੋਪਰਲੀ ਐਸਟੈਬਲਿਸ਼ ਨਹੀਂ ਹੁੰਦਾ ਸੀ। ਜਿਵੇਂ ਟ੍ਰੈਡੀਸ਼ਨ ਚੱਲੀਆਂ ਆਉਂਦੀਆਂ ਸੀ ਅਸੀਂ ਮੰਨੀ ਜਾਂਦੇ ਸੀ, ਜਿਵੇਂ ਅਥਾਰਟੀ ਕਹੀ ਜਾਂਦੀ ਸੀ ਅਸੀਂ ਮੰਨੀ ਜਾਂਦੇ ਸੀ। ਸੋ ਹੁਣ ਜਿਹੜੀ ਅਗਲੀ ਗੱਲ ਹੈ ਕਿ ਸਾਇੰਟੀਫਿਕ ਮੈਥਡ ਫਿਰ ਕਿਵੇਂ ਡਿਫਰੈਂਟ ਹੈ, ਤਾਂ ਇਟ ਫੋਕਸ ਔਨ ਸੋਲਵਿੰਗ ਪ੍ਰੋਬਲਮਸ ਐਂਡ ਪਰਸੂਜ਼ ਅ ਸਟੈਪ ਬਾय ਸਟੈਪ ਲੌਜੀਕਲ ਆਰਗੇਨਾਈਜ਼ਡ ਐਂਡ ਰਿਗਰਸ ਮੈਥਡ ਟੂ ਆਇਡੈਂਟੀਫਾਈ ਦਾ ਪ੍ਰੋਬਲਮ, collect data, ਐਨਾਲਾਈਜ਼ ਦਾ ਡਾਟਾ ਐਂਡ ਡਰਾ ਵੈਲਿਡ ਕਨਕਲੂਜ਼ਨ। ਇਹ ਜੋ 4-5 ਰਿਸਰਚ ਦੇ ਮੇਨ ਸਟੈਪਸ ਨੇ ਜਾਂ ਮੇਨ ਪ੍ਰੋਸੈਸਿਸ ਨੇ ਜੋ ਕਰਦੀਆਂ ਨੇ, ਉਸ ਪ੍ਰੋਸੈਸ ਨੂੰ ਕੰਪਲੀਟ ਕਰਨ ਲਈ ਜਿਹੜਾ ਪ੍ਰੋਸੀਜਰ ਫੋਲੋ ਕੀਤਾ ਜਾਂਦਾ ਦੈਟ ਇਜ਼ ਮੋਰ ਲੌਜੀਕਲ, ਆਰਗੇਨਾਈਜ਼ ਐਂਡ ਰਿਗਰਸ ਐਜ਼ ਕੰਪੇਅਰ ਟੂ ਪ੍ਰੀਵੀਅਸ ਪ੍ਰੈਕਟਿਸਿਸ। ਚਾਹੇ ਅਸੀਂ ਪ੍ਰੋਬਲਮ ਨੂੰ ਆਇਡੈਂਟੀਫਾਈ ਕਰਨਾ ਹੋਵੇ, ਚਾਹੇ ਅਸੀਂ ਡਾਟਾ ਕਲੈਕਟ ਕਰਨਾ ਹੋਵੇ, ਐਨਾਲਾਈਜ਼ ਕਰਨਾ ਹੋਵੇ, ਜਾਂ ਕੋਈ ਨਾ ਕੋਈ ਕਨਕਲੂਜ਼ਨ ਡਰਾ ਕਰਨੇ ਹੋਣ, ਇਹਨਾਂ ਵਾਸਤੇ ਅਸੀਂ ਇੱਕ ਪ੍ਰੋਪਰ ਆਰਗੇਨਾਈਜ਼, ਸਿਸਟਮੈਟਿਕ ਐਂਡ ਲੌਜੀਕਲ ਪ੍ਰੋਸੀਜਰ ਜਦੋਂ ਅਸੀਂ ਫੋਲੋ ਕਰਦੇ ਹਾਂ, then we call it we are using a scientific method. So various steps of scientific method. First of all, ਆਪਾਂ ਕਿਹਾ ਕਿ ਪ੍ਰੋਬਲਮਸ ਨੂੰ ਆਇਡੈਂਟੀਫਾਈ ਕਰਨਾ। ਜਦੋਂ ਅਸੀਂ ਸਾਇੰਟੀਫਿਕ ਮੈਥਡ ਥਰੂ ਕੋਈ ਵੀ ਰਿਸਰਚ ਕਰਦੇ ਹਾਂ, ਵੀ ਡਿਵੈਲਪ ਅ ਕੁਐਸਚਨ ਔਰ ਪ੍ਰੋਬਲਮ ਦੈਟ ਕੈਨ ਬੀ ਸੋਲਵ ਥਰੂ ਐਕਸਪੈਰੀਮੈਂਟੇਸ਼ਨ। ਅਸੀਂ ਪਹਿਲਾਂ ਹੀ ਉਹ ਪ੍ਰੋਬਲਮ ਨੂੰ ਆਇਡੈਂਟੀਫਾਈ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿਹਨੂੰ ਅਸੀਂ ਪ੍ਰੋਪਰ ਸਾਇੰਟੀਫਿਕ ਤਰੀਕੇ ਨਾਲ, ਆਰਗੇਨਾਈਜ਼ ਵੇ ਨਾਲ, ਲੌਜੀਕਲ ਵੇ ਨਾਲ ਸੋਲਵ ਕਰ ਸਕੀਏ। ਜਿਸ ਤਰ੍ਹਾਂ ਆਪਾਂ ਪਹਿਲੀ ਕਲਾਸ 'ਚ ਵੀ ਡਿਸਕਸ ਕੀਤਾ ਸੀ ਕਿ ਹਰ ਇੱਕ ਜਨਰਲ ਲਾਈਨ ਰਿਸਰਚ ਦੀ ਪ੍ਰੋਬਲਮ ਨਹੀਂ ਹੋ ਸਕਦੀ, ਲੇਕਿਨ ਲਾਈਫ ਦੀ ਕੋਈ ਵੀ ਪ੍ਰੋਬਲਮ ਹੋ ਸਕਦੀ ਹੈ। ਲਾਈਫ ਦੇ ਵਿੱਚ ਕੋਈ ਵੀ ਪ੍ਰੋਬਲਮ ਹੋ ਸਕਦੀ ਹੈ, ਸਿੰਪਲ ਟੂ ਕੰਪਲੈਕਸ ਹੋ ਸਕਦੀ ਹੈ, ਉਹ ਸਿਸਟਮੈਟਿਕ ਜਾਂ ਅਨਸਿਸਟਮੈਟਿਕ ਹੋ ਸਕਦੀ ਹੈ। ਲੇਕਿਨ ਜਦੋਂ ਅਸੀਂ ਐਜੂਕੇਸ਼ਨਲ ਰਿਸਰਚ ਦੀ ਗੱਲ ਕਰਾਂਗੇ ਜਾਂ ਰਿਸਰਚ ਗੱਲ ਕਰਾਂਗੇ, ਦੈਨ ਆਪਣੇ ਕੋਲ ਇੱਕ ਟੌਪਿਕ ਵੀ ਆਏਗਾ ਕਿ ਵਾਟ ਇਜ਼ ਰਿਸਰਚ ਪ੍ਰੋਬਲਮ, ਹਾਊ ਟੂ ਸਿਲੈਕਟ ਰਿਸਰਚ ਪ੍ਰੋਬਲਮ, ਕਿ ਰਿਸਰਚ ਪ੍ਰੋਬਲਮ ਹੁੰਦੀ ਕੀ ਆ, ਉਹਨੂੰ ਸਿਲੈਕਟ ਕਿਵੇਂ ਕਰਨਾ ਤੇ ਉਹਨੂੰ ਡਿਫਾਈਨ ਕਿਵੇਂ ਕਰਨਾ। ਆਲ ਥੀਸ ਪ੍ਰੋਸੈਸਿਸ ਆਰ carried out in a logical manner in a scientific method. ਆਇਡੈਂਟੀਫਾਈ ਕਰਨਾ, ਉਹਨੂੰ ਡਿਫਾਈਨ ਕਰਨਾ, ਹਰ ਇੱਕ ਚੀਜ਼ ਨੂੰ ਪ੍ਰੋਪਰ ਸਾਇੰਟੀਫਿਕ ਤਰੀਕੇ ਨਾਲ ਜਦੋਂ ਅਸੀਂ ਕਰਦੇ ਹਾਂ, ਵੀ ਕਾਲ ਇਟ ਆ ਸਾਇੰਟੀਫਿਕ ਮੈਥਡ ਟੂ ਆਇਡੈਂਟੀਫਾਈ ਐਂਡ ਡਿਫਾਈਨ ਦਾ ਰਿਸਰਚ ਪ੍ਰੋਬਲਮ। The second step is observation, ਜਿਹਨੂੰ ਅਸੀਂ ਕਹਿੰਦੇ ਸੈਕੰਡ ਪੁਆਇੰਟ, ਓਬਜ਼ਰਵ ਕਰਨਾ ਜਾਂ ਰਿਸਰਚ ਕਰਨੀ। ਸੋ ਜਦੋਂ ਅਸੀਂ ਸੈਕੰਡ ਸਟੈਪ ਤੇ ਜਾਂਦੇ ਹਾਂ, ਪ੍ਰੋਬਲਮ ਅਸੀਂ ਆਇਡੈਂਟੀਫਾਈ ਕਰ ਲਈ, ਹੁਣ ਉਸ ਪ੍ਰੋਬਲਮ ਦੇ ਨਾਲ ਰਿਲੇਟਡ ਕੀ ਕਰਨੀਆਂ ਨੇ, ਡਿਫਰੈਂਟ ਆਬਜ਼ਰਵੇਸ਼ਨਸ ਕਰਨੀਆਂ ਨੇ। ਜੋ ਤੁਹਾਡੀ ਪ੍ਰੋਬਲਮ ਲੱਭੀ ਆ, ਜੋ ਤੁਸੀਂ ਆਇਡੈਂਟੀਫਾਈ ਕੀਤੀ ਆ, ਜੋ ਤੁਸੀਂ ਡਿਫਾਈਨ ਕੀਤੀ ਹੈ, ਹੁਣ ਤੁਸੀਂ ਉਸ ਪ੍ਰੋਬਲਮ ਦੇ ਰਿਲੇਟਡ ਕੀ ਕਰਦੇ ਹੋ, ਆਬਜ਼ਰਵੇਸ਼ਨਸ ਕਰਦੇ ਹੋ ਜਾਂ ਰਿਸਰਚ ਕਰਦੇ ਹੋ। ਇਹ ਸੈਕੰਡ ਸਟੈਪ ਹੋ ਗਿਆ ਸਾਇੰਟੀਫਿਕ ਮੈਥਡ ਦਾ। ਦੈਨ ਕਮਸ ਥਰਡ ਸਟੈਪ, ਫਾਰਮੂਲੇਟ ਅ ਹਾਈਪੋਥੇਸਿਸ। ਹੁਣ ਜੋ ਤੁਸੀਂ ਡਿਜ਼ਾਈਨ ਕੀਤਾ ਕਿ ਇਹ ਮੇਰੀ ਪ੍ਰੋਬਲਮ ਹੈ, ਇਹ ਮੇਰੀਆਂ ਆਬਜ਼ਰਵੇਸ਼ਨ ਹੈ ਕਿ ਇਹ ਪ੍ਰੋਬਲਮ ਦਾ ਆਹ ਸੋਲਿਊਸ਼ਨ ਹੋ ਸਕਦਾ,
ਉਹ ਤੁਹਾਡੀਆਂ ਜੋ ਆਬਜ਼ਰਵੇਸ਼ਨ ਨੇ, ਜੋ ਤੁਹਾਡੀਆਂ ਕਹਿ ਲਈਏ ਕਿ ਅਸੀਂ ਇਸ ਤਰੀਕੇ ਨਾਲ ਪੜ੍ਹਿਆ ਜਾਂ ਪਹਿਲੀ ਰਿਸਰਚ ਇਹ ਹੋਇਆ ਸੀ, ਅਸੀਂ ਉਹਨਾਂ ਤੋਂ ਗਾਈਡਲਾਈਨਸ ਲੈਂਦੇ ਹੋਏ ਤੀਜੇ ਸਟੈਪ ਤੇ ਜਾ ਕੇ ਸਾਇੰਟੀਫਿਕ ਮੈਥਡ ਅਸੀਂ ਕੀ ਕਰਦੇ ਹਾਂ, ਵੀ ਕੈਨ ਮੇਕ ਹਾਈਪੋਥਸਿਸ। ਹਾਈਪੋਥਸਿਸ ਕੀ ਹੁੰਦੇ ਨੇ? ਸਿੰਪਲ ਜੇ ਅਸੀਂ ਸਮਝਣਾ ਹੋਵੇ ਕਿ ਕਿਸੇ ਵੀ ਪ੍ਰੋਬਲਮ ਦਾ ਪਹਿਲਾਂ ਤੋਂ ਸੁਝਾਇਆ ਗਿਆ ਆਨਸਰ, ਜੇ ਬਿਲਕੁਲ ਪੰਜਾਬੀ ਦੇ ਸ਼ਬਦਾਂ 'ਚ ਸਮਝਣਾ ਹੋਵੇ ਬੜੇ ਸੌਖੇ ਸ਼ਬਦਾਂ 'ਚ, ਦ ਸਿੰਪਲ ਪ੍ਰਪੋਜ਼ਡ ਆਨਸਰ ਆਫ ਅ ਪ੍ਰੋਬਲਮ, ਉਹ ਕਿਵੇਂ ਪ੍ਰਪੋਜ਼ ਕਰਦੇ ਆ, ਉਹਦਾ ਇੱਕ ਲੰਬਾ ਪ੍ਰੋਸੈਸ ਆ। ਜਦੋਂ ਅਸੀਂ ਹਾਈਪੋਥਸਿਸ ਦਾ ਟੌਪਿਕ ਕਵਰ ਕਰਾਂਗੇ ਦੈਨ ਵੀ ਵਿਲ ਲਰਨ ਇਨ ਡਿਟੇਲ what are the basic criteria to make a hypothesis। so hypothesis ਕੀ ਹੈ? hypo plus thesis, ਦੋ words ਤੋਂ ਮਿਲ ਕੇ ਬਣਿਆ ਹੋਇਆ, means ਕਿਸੇ ਵੀ ਚੀਜ਼ ਦਾ ਪਹਿਲਾਂ ਤੋਂ ਪ੍ਰਪੋਜ਼ ਜਾਂ ਬਣਾਇਆ ਗਿਆ ਉੱਤਰ, ਉਹ ਉੱਤਰ ਅੱਖਾਂ ਮੀਚ ਕੇ ਜਾਂ ਆਪਣੀ ਇਮੈਜੀਨੇਸ਼ਨ ਨਾਲ ਨਹੀਂ ਬਣਾਇਆ ਜਾਂਦਾ। ਉਹਦੇ ਵਾਸਤੇ ਸਾਨੂੰ ਜਿਹੜੀਆਂ ਪੁਰਾਣੀਆਂ ਰਿਸਰਚ ਸਟੱਡੀਜ਼ ਹੁੰਦੀਆਂ ਨੇ, ਪੁਰਾਣਾ ਰਿਵਿਊ ਆਫ ਲਿਟਰੇਚਰ ਹੁੰਦਾ, ਉਹ ਗਾਈਡ ਕਰਦਾ ਕਿ ਪੁਰਾਣੀਆਂ ਪ੍ਰੋਬਲਮ ਜਿਹੜੀ ਪ੍ਰੋਬਲਮ ਤੇ ਅਸੀਂ ਕੰਮ ਕਰਦੇ ਹਾਂ, ਇਹੋ ਜਿਹੀਆਂ ਪ੍ਰੋਬਲਮਸ ਦਾ ਇਹ ਉੱਤਰ ਆਇਆ ਪੁਰਾਣੇ ਟਾਈਮ ਦੇ ਵਿੱਚ, ਤਾਂ ਉਹ ਸਾਨੂੰ ਕੀ ਕਰਦਾ? ਗਾਈਡ ਕਰਦਾ ਟੂ ਮੇਕ ਆ ਹਾਈਪੋਥਸਿਸ। ਸੋ ਹਾਈਪੋਥਸਿਸ ਹਮੇਸ਼ਾ ਕਿਸੇ ਨਾ ਕਿਸੇ ਰਿਸਰਚ ਬੇਸਿਸ ਦੇ ਉੱਤੇ, ਕਿਸੇ ਨਾ ਕਿਸੇ ਥਿਓਰੈਟੀਕਲ ਬੇਸਿਸ ਤੇ ਬਣਾਏ ਜਾਂਦੇ ਨੇ। ਸੋ ਤੀਜਾ ਸਟੈਪ ਕੀ ਹੁੰਦਾ ਸਾਇੰਟੀਫਿਕ ਮੈਥਡ ਦੇ ਵਿੱਚ? ਵੀ ਮੇਕ ਹਾਈਪੋਥਸਿਸ। ਇਟ ਮੀਨਸ ਵੀ ਪ੍ਰੈਡਿਕਟ ਆ ਪੋਸੀਬਲ ਸੋਲੂਸ਼ਨ ਆਫ ਅ ਪ੍ਰੋਬਲਮ। ਸੋ ਇਨ ਦ ਸੇਮ ਵੇ ਲਿਖਿਆ ਵੀ ਹੋਇਆ ਕਿ ਪ੍ਰੈਡਿਕਟ ਆ ਪੋਸੀਬਲ ਆਨਸਰ ਟੂ ਦਾ ਪ੍ਰੋਬਲਮ ਔਰ ਕੁਐਸਚਨ। ਜੋ ਅਸੀਂ ਪਹਿਲੇ ਸਟੈਪ ਤੇ ਪ੍ਰੋਬਲਮ ਆਇਡੈਂਟੀਫਾਈ ਕੀਤੀ ਹੈ, ਹੁਣ ਅਸੀਂ ਆਬਜ਼ਰਵੇਸ਼ਨ ਤੋਂ ਬਾਅਦ ਤੀਸਰੇ ਸਟੈਪ ਤੇ ਕੀ ਕਰ ਰਹੇ ਹਾਂ? ਉਸ ਪ੍ਰੋਬਲਮ ਦਾ ਕੋਈ ਇੱਕ ਪ੍ਰਪੋਜ਼ਡ ਆਨਸਰ ਇੱਕ ਪ੍ਰੈਡਿਕਟ ਕਰ ਰਹੇ ਹਾਂ ਕਿ ਦਿਸ ਕੈਨ ਬੀ ਅ ਪੋਸੀਬਲ ਆਨਸਰ। ਹਾਈਪੋਥਸਿਸ ਕੈਨ ਬੀ accepted or hypothesis can be rejected depending upon the collected data and analysis। ਜੋ ਹਾਈਪੋਥਸਿਸ ਬਣਦੇ ਨੇ ਉਹਦੇ ਅਕੋਰਡਿੰਗ ਅਸੀਂ ਡਾਟਾ ਜੋ ਕਲੈਕਟ ਕੀਤਾ ਹੁੰਦਾ ਉਹਨੂੰ ਐਨਾਲਾਈਜ਼ ਕਰਦੇ ਹਾਂ। ਜੇ ਤਾਂ ਉਹ ਚੀਜ਼ਾਂ ਕਰੈਕਟ ਹੁੰਦੀਆਂ ਨੇ, ਅਸੀਂ ਹਾਈਪੋਥਸਿਸ ਨੂੰ ਉਹਦੇ ਅਕੋਰਡਿੰਗਲੀ ਐਕਸੈਪਟ ਔਰ ਰਿਜੈਕਟ ਕਰ ਸਕਦੇ ਹਾਂ। ਦੈਨ ਫੋਰਥ, ਵੀ ਵਿਲ ਡੂ ਐਕਸਪੈਰੀਮੈਂਟ। ਜੋ ਅਸੀਂ ਪ੍ਰੋਬਲਮ ਆਇਡੈਂਟੀਫਾਈ ਕੀਤੀ ਆ ਉਹਦੇ ਅਕੋਰਡਿੰਗਲੀ ਅਸੀਂ ਕੀ ਕਰਾਂਗੇ? ਜੋ ਹਾਈਪੋਥਸਿਸ ਬਣਾਏ ਨੇ ਉਹਨਾਂ ਹਾਈਪੋਥਸਿਸ ਨੂੰ ਟੈਸਟ ਕਰਨ ਲਈ ਵੀ ਵਿਲ ਡੂ ਐਨ ਐਕਸਪੈਰੀਮੈਂਟ। ਐਂਡ ਇਹਦੇ ਵਾਸਤੇ ਅਸੀਂ ਪ੍ਰੋਪਰ ਪ੍ਰੋਸੀਜਰ ਫੋਲੋ ਕਰਾਂਗੇ। ਡਿਟੇਲ ਮਟੀਰੀਅਲ ਸਾਡੇ ਕੋਲ ਹੋਣਾ ਚਾਹੀਦਾ ਕਿ ਇਹ ਐਕਸਪੈਰੀਮੈਂਟ ਦੇ ਵਿੱਚ ਸਾਨੂੰ ਆਹ ਚੀਜ਼ਾਂ ਚਾਹੀਦੀਆਂ ਨੇ। ਸੋ ਵੀ ਵਿਲ ਫੋਲੋ ਅ ਪ੍ਰੋਪਰ ਸਿਸਟਮੈਟਿਕ ਪ੍ਰੋਸੈਸ ਟੂ ਕੰਡਕਟ ਐਨ ਐਕਸਪੈਰੀਮੈਂਟ। ਬੇਸਿਕਲੀ ਸਾਇੰਟੀਫਿਕ ਮੈਥਡ ਜੋ ਜ਼ਿਆਦਾ ਫੋਕਸ ਕਰਦਾ, ਇਟ ਫੋਕਸ ਔਨ ਕੁਆਂਟੀਫਿਕੇਸ਼ਨ, ਕਿ ਜੋ ਵੀ ਅਸੀਂ ਕਹਿ ਰਹੇ ਹਾਂ ਉਹਦਾ ਕਾਜ਼ ਐਂਡ ਇਫੈਕਟ ਜ਼ਰੂਰ ਐਸਟੈਬਲਿਸ਼ ਹੋਵੇ ਕਿ ਇਹ ਚੀਜ਼ ਉਹਦਾ ਕਾਜ਼ ਹੈ, ਉਹਦਾ ਇਫੈਕਟ ਹੈ। ਮੀਨਸ ਜਿਹੜੀ ਵੀ ਚੀਜ਼ ਕਰ ਰਹੇ ਆ ਉਹਦੇ ਇਹ ਇਨਪੁਟ ਨੇ, ਇਹ ਉਹਦੀ ਪ੍ਰੋਸੈਸ ਹੈ, ਇਹ ਉਹਦੀ ਆਊਟਪੁੱਟ ਹੈ। ਸੋ ਜਿਹੜੀ ਆਊਟਪੁੱਟ ਆ ਉਹਨੂੰ ਅਸੀਂ ਕੀ ਕਰ ਸਕੀਏ? ਵੀ ਕੈਨ ਕੁਆਂਟੀਫਾਈ ਕਿ ਇਹ ਉਹਦਾ ਇੰਨਾ ਅਸਰ ਆਇਆ। ਕੁਆਂਟੀਫਾਈ ਮੀਨਸ ਇੰਨੇ ਨੰਬਰ, ਇੰਨੀ ਅਚੀਵਮੈਂਟ ਵਧੀ ਆ, ਇੰਨਾ ਟੈਂਪਰੇਚਰ ਵਧਣ ਨਾਲ ਇੰਨੀ ਪ੍ਰੋਡਕਸ਼ਨ ਵਧੀ ਆ। ਮੀਨਸ ਕੁਆਂਟੀਫਾਈ ਕਰਨਾ, ਉਹਨੂੰ ਅਸੀਂ ਇਹ ਆਇਡੈਂਟੀਫਾਈ ਕਰ ਸਕੀਏ ਕਿ ਇਹਦੇ ਕਾਰਨ ਆ ਹੋ ਰਿਹਾ, ਇਹਦੇ ਕਾਰਨ ਇਹ ਹੋ ਰਿਹਾ। ਉਹ ਕੋਈ ਰਿਲੇਸ਼ਨਸ਼ਿਪ ਵੀ ਹੋ ਸਕਦਾ, ਉਹ ਕੋਈ ਨਾ ਕੋਈ ਇਫੈਕਟ ਵੀ ਹੋ ਸਕਦਾ। ਦੈਨ ਕਮਸ ਫਿਫਥ ਪੁਆਇੰਟ, ਕਲੈਕਟ ਐਂਡ ਐਨਾਲਾਈਜ਼ ਰਿਜ਼ਲਟ। ਜਦੋਂ ਅਸੀਂ ਐਕਸਪੈਰੀਮੈਂਟ ਕਰਾਂਗੇ, ਐਕਸਪੈਰੀਮੈਂਟ ਕਰਨ ਤੋਂ ਬਾਅਦ ਵੀ ਕਲੈਕਟ ਡਾਟਾ ਐਂਡ ਵੀ ਵਿਲ ਐਨਾਲਾਈਜ਼ ਦਾ ਡਾਟਾ ਐਂਡ ਰਿਜ਼ਲਟ। ਜੋ ਸਾਡੇ ਐਕਸਪੈਰੀਮੈਂਟ ਦਾ ਡਾਟਾ ਕਲੈਕਟ ਹੋਏਗਾ ਅਸੀਂ ਉਹਨੂੰ ਕੀ ਕਰਾਂਗੇ? ਪ੍ਰੋਪਰਲੀ ਐਨਾਲਾਈਜ਼ ਕਰਾਂਗੇ ਤੇ ਉਹ ਰਿਜ਼ਲਟਸ ਨੂੰ ਫਾਈਂਡ ਆਊਟ ਕਰਾਂਗੇ। ਔਨ ਦਾ ਬੇਸਿਸ ਆਫ ਰਿਜ਼ਲਟਸ ਵੀ ਕੈਨ ਫਰੇਮ ਆ ਕੰਕਲੂਜਨ। ਕੰਕਲੂਜਨ ਕੀ ਹੁੰਦਾ? ਇਨਕਲੂਡ ਆ ਸਟੇਟਮੈਂਟ that accept or reject the hypothesis। ਤੁਸੀਂ ਦੇਖਿਆ ਹੋਣਾ ਪਹਿਲੇ ਸਟੈਪ ਤੇ ਅਸੀਂ ਪ੍ਰੋਬਲਮ ਨੂੰ ਆਇਡੈਂਟੀਫਾਈ ਕੀਤਾ ਸੀ, ਸੈਕੰਡ ਤੇ ਉਹਦੇ ਬਾਰੇ ਆਬਜ਼ਰਵੇਸ਼ਨ ਸੀ, ਥਰਡ ਦੇ ਉੱਤੇ ਜਾ ਕੇ ਅਸੀਂ ਕੀ ਕੀਤਾ ਸੀ? ਆਬਜ਼ਰਵੇਸ਼ਨ ਮੀਨਸ ਪੁਰਾਣੀ ਰਿਸਰਚ ਕੀ ਕਹਿੰਦੀ ਆ ਉਹਨੂੰ ਸਾਰੇ ਨੂੰ ਅਸੀਂ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਹਦੇ ਬੇਸਿਸ ਤੇ ਥਰਡ ਸਟੈਪ ਤੇ ਅਸੀਂ ਕੀ ਬਣਾਏ ਸੀ? ਕੁਝ ਹਾਈਪੋਥਸਿਸ। ਹਾਈਪੋਥਸਿਸ ਕੀ ਦੱਸਦੇ ਸੀ? ਉਸ ਪ੍ਰੋਬਲਮ ਦਾ ਪੋਸੀਬਲ ਸੋਲੂਸ਼ਨ ਜਾਂ ਪ੍ਰੈਡਿਕਟ ਕੀ ਕਰਦੇ ਸੀ ਕਿ ਇਹ ਪ੍ਰੋਬਲਮ ਇਸ ਤਰੀਕੇ ਨਾਲ ਉਹਦਾ ਸੋਲੂਸ਼ਨ ਲੱਭਿਆ ਜਾ ਸਕਦਾ। ਹੁਣ ਅਸੀਂ ਉਹ ਹਾਈਪੋਥਸਿਸ ਨੂੰ ਐਕਸੈਪਟ ਔਰ ਰਿਜੈਕਟ ਕਰ ਰਹੇ ਹਾਂ ਛੇਵੇਂ ਸਟੈਪ ਤੇ ਜਾ ਕੇ। ਫੋਰਥ ਸਟੈਪ ਤੇ ਅਸੀਂ ਕੀ ਕੀਤਾ? ਉਹਨਾਂ ਹਾਈਪੋਥਸਿਸ ਨੂੰ ਟੈਸਟ ਕਰਨ ਲਈ ਐਕਸਪੈਰੀਮੈਂਟ ਕੀਤਾ। ਫਿਫਥ ਦੇ ਉੱਤੇ ਉਸ ਐਕਸਪੈਰੀਮੈਂਟ ਦੇ ਵਿੱਚੋਂ ਜੋ ਡਾਟਾ ਕਲੈਕਟ ਹੋਇਆ ਉਹ ਡਾਟਾ ਕਲੈਕਟ ਕੀਤਾ ਤੇ ਡਾਟਾ ਨੂੰ ਐਨਾਲਾਈਜ਼ ਕੀਤਾ ਰਿਜ਼ਲਟਸ ਦੀ ਫਾਰਮ ਦੇ ਵਿੱਚ। ਉਸ ਤੋਂ ਬਾਅਦ ਨੈਕਸਟ ਸਟੈਪ ਅਸੀਂ ਛੇਵੇਂ ਸਟੈਪ ਤੇ ਪਹੁੰਚੇ ਜਿੱਥੇ ਅਸੀਂ ਕੀ ਕਰ ਰਹੇ ਹਾਂ? ਵੀ ਆਰ ਰੀਚਿੰਗ ਟੂ ਅ ਕਨਕਲੂਜਨ। ਕਨਕਲੂਜਨ ਕਿਹੜੀ ਸਟੇਟਮੈਂਟ ਆ? ਉਹ ਇਹ ਦੱਸਦੀ ਹੈ ਕਿ ਜੋ ਅਸੀਂ ਥਰਡ ਸਟੈਪ ਦੇ ਉੱਤੇ ਹਾਈਪੋਥਸਿਸ ਬਣਾਏ ਸੀ, ਵੈਦਰ ਦੋਜ਼ ਹਾਈਪੋਥਸਿਸ ਆਰ ਐਕਸੈਪਟਡ ਔਰ ਰਿਜੈਕਟਡ।
ਮੇਕ ਰਿਕਮੈਂਡੇਸ਼ਨ ਫॉर ਫਰਦਰ ਸਟੱਡੀ ਐਂਡ ਪੋਸੀਬਲ ਇੰਪਰੂਵਮੈਂਟ ਟੂ ਦਾ ਪ੍ਰੋਸੀਜਰ। ਇੱਕ ਤਾਂ ਕਨਕਲੂਜਨ ਕੀ ਦੱਸਦੇ ਨੇ, ਹਾਈਪੋਥੇਸਿਸ ਦੇ ਬਾਰੇ ਸਟੇਟਮੈਂਟ ਆਓ, ਹਾਈਪੋਥੇਸਿਸ ਐਕਸੈਪਟਡ ਔਰ ਰਿਜੈਕਟਡ। ਸੈਕੰਡ ਕੀ ਹੈ, ਫਰਦਰ ਰਿਕਮੈਂਡੇਸ਼ਨਸ ਕਰ ਸਕਦੇ ਨੇ ਕਿ ਇਹਦੇ ਵਿੱਚ ਹੋਰ ਕੀ ਸਟੱਡੀ ਕੀਤਾ ਜਾ ਸਕਦਾ, ਜਾਂ ਜੋ ਪ੍ਰੋਸੀਜਰ ਫੋਲੋ ਕੀਤਾ ਗਿਆ ਉਹਦੇ ਵਿੱਚ ਕੀ ਇੰਪਰੂਵਮੈਂਟ ਹੋ ਸਕਦੀਆਂ ਨੇ। ਦ ਲਾਸਟ ਸਟੈਪ, that is a seventh step, communicate the result। ਹੁਣ ਕੀ ਹੈ, ਜਦੋਂ ਤੁਸੀਂ concluding remarks ਦੇਤੇ ਨੇ, statement ਦੇਤੀ ਹੈ ਜਿਹਦੇ ਵਿੱਚ ਤੁਸੀਂ hypothesis ਨੂੰ accept ਔਰ reject ਕੀਤਾ ਔਰ ਉਸ ਕੀਤੇ ਗਏ ਪ੍ਰੋਸੀਜਰ ਦੇ ਵਿੱਚ ਕੀ ਇੰਪਰੂਵਮੈਂਟ ਕਰਨ ਦੀ ਲੋੜ ਆ ਜਾਂ ਉਹਨੂੰ ਰਿਪੀਟ ਕੀਤਾ ਜਾਣਾ ਚਾਹੀਦਾ, ਉਹਦੇ ਬਾਰੇ ਹੋਰ ਕਿਹੜੀ ਸਟੱਡੀ ਹੋ ਸਕਦੀ ਹੈ, ਇਹ ਤੁਸੀਂ 6 ਸਟੈਪ ਦੇ ਵਿੱਚ ਕੰਪਲੀਟ ਕਰ ਲਿਆ। ਨਾਓ ਜੋ ਵੀ ਤੁਹਾਡੀ ਕਨਕਲੂਜਨ ਨੇ, ਜੋ ਵੀ ਤੁਹਾਡੇ ਰਿਜ਼ਲਟ ਨੇ, ਨਾਓ ਯੂ ਆਰ ਕਮਿਊਨੀਕੇਟਿੰਗ ਦਾ ਰਿਜ਼ਲਟ। ਬੀ ਪ੍ਰਪੇਅਰ ਟੂ ਪ੍ਰੈਜ਼ੈਂਟ ਦਾ ਪ੍ਰੋਜੈਕਟ ਟੂ ਐਨ ਆਡੀਅੰਸ, ਐਕਸਪੈਕਟ ਕੁਐਸਚਨ ਫਰੋਮ ਦਾ ਆਡੀਅੰਸ। ਹੁਣ ਕੀ ਆ ਸਾਇੰਟੀਫਿਕ ਮੈਥਡ ਕੀ ਕਹਿੰਦਾ, ਜੋ ਤੁਹਾਡੇ ਰਿਜ਼ਲਟਸ ਆਏ ਨੇ, ਨਾਓ ਯੂ ਆਰ ਕਮਿਊਨੀਕੇਟਿੰਗ ਦਾ ਰਿਜ਼ਲਟ ਟੂ ਦਾ ਆਡੀਅੰਸ, ਜਾਂ ਜਿਹੜੀ ਪਾਪੂਲੇਸ਼ਨ ਉਹਦੇ ਨਾਲ ਰਿਲੇਟਡ ਹੈ। ਜਿਵੇਂ ਤੁਸੀਂ ਮੰਨ ਲਓ ਸਕੂਲ ਲੈਵਲ ਦੀ ਕੋਈ ਪ੍ਰੋਬਲਮ ਲਈ ਹੈ, ਤਾਂ ਜੋ ਉਹਦੇ ਰਿਜ਼ਲਟ ਆਏ ਨੇ, ਨਾਓ ਯੂ ਆਰ ਕਮਿਊਨੀਕੇਟਿੰਗ ਦਾ result। these are the 7 basic steps of scientific method। ਕਿਸੇ ਬੁੱਕ 'ਚ ਸਟੈਪ ਤੁਹਾਨੂੰ 5 ਵੀ ਮਿਲ ਸਕਦੇ ਆ, ਕਿਸੇ ਬੁੱਕ 'ਚ ਸਟੈਪ 6 ਕਰਕੇ ਦਿੱਤੇ ਹੋਏ ਆ, ਕਿਸੇ ਸੋਰਸ ਦੇ ਉੱਤੇ ਸਟੈਪ ਇਹ 7 ਕਰਕੇ ਦਿੱਤੇ ਹੋਏ ਆ। ਸੋ ਇਨ ਡਿਫਰੈਂਟ ਬੁੱਕਸ ਮਾਈਨਰ ਚੇਂਜਸ ਤੁਹਾਨੂੰ ਮਿਲਣਗੀਆਂ, ਲੇਕਿਨ ਬੇਸਿਕਲੀ ਤੁਸੀਂ ਕੀ ਸਮਝ ਸਕਦੇ ਹੋ ਕਿ ਸਾਇੰਟੀਫਿਕ ਮੈਥਡ ਕੀ ਹੈ, ਇੱਕ ਸਿਸਟਮੈਟਿਕ, ਇੱਕ ਲੌਜੀਕਲ, ਇੱਕ ਆਰਗੇਨਾਈਜ਼ ਮੈਥਡ ਜਿਹਦੇ ਵਿੱਚ ਕਿਸੇ ਵੀ ਪ੍ਰੋਬਲਮ ਤੇ ਜਿਹੜੀ ਰਿਸਰਚ ਕੀਤੀ ਜਾਂਦੀ ਹੈ ਉਹ ਇੱਕ ਪ੍ਰੋਪਰ ਸੀਕੁਐਂਸ ਫੋਲੋ ਕੀਤਾ ਜਾਂਦਾ, ਪ੍ਰੋਪਰ ਲੌਜਿਕ ਫੋਲੋ ਕੀਤਾ ਜਾਂਦਾ। ਚਾਹੇ ਉਹ ਪ੍ਰੋਬਲਮ ਨੂੰ ਆਇਡੈਂਟੀਫਾਈ ਕਰਨ ਦਾ ਹੋਵੇ, ਚਾਹੇ ਉਹਦੇ ਨਾਲ ਰਿਲੇਟਡ ਰਿਵਿਊ ਆਫ ਰਿਸਰਚ ਕਰਨ ਦਾ ਹੋਵੇ, ਆਬਜ਼ਰਵੇਸ਼ਨਸ ਕਰਨ ਦਾ ਹੋਵੇ, ਜਾਂ ਉਹਦੇ ਹਾਈਪੋਥੇਸਿਸ ਬਣਾਉਣ ਦਾ ਹੋਵੇ, ਕੋਈ ਐਕਸਪੈਰੀਮੈਂਟੇਸ਼ਨ ਕਰਨ ਦਾ ਹੋਵੇ, ਉਸ ਐਕਸਪੈਰੀਮੈਂਟ ਤੋਂ ਆਏ ਹੋਏ ਡਾਟਾ ਨੂੰ ਕਲੈਕਟ ਕਰਨ ਦਾ ਹੋਵੇ, ਉਹਦੇ ਕਨਕਲੂਜਨ ਬਣਾਉਣ ਦਾ ਹੋਵੇ, ਜਾਂ ਉਹਨਾਂ ਦੇ ਰਿਜ਼ਲਟਸ ਨੂੰ ਕਮਿਊਨੀਕੇਟ ਕਰਨ ਦਾ ਹੋਵੇ। ਸੋ these can be the basic steps of your scientific method, which is a main part of your syllabus in unit 1 of research and statistics। कि scientific method है क्या and what are the basic steps। So you are free to read any book related to scientific method ਜਿਹਦੇ ਵਿੱਚ minor changes ਹੋਣਗੇ, ਕਿਸੇ ਨੇ 5 ਸਟੈਪ ਬਣਾਏ ਹੋਣਗੇ, ਕਿਸੇ ਨੇ 6, ਕਿਸੇ ਨੇ 7, but basic essence will remain same, ਜਿਹਦੇ ਵਿੱਚ ਹਰ ਇੱਕ ਪ੍ਰੋਸੀਜਰ ਨੂੰ ਲੌਜੀਕਲੀ ਆਰਗੇਨਾਈਜ਼ ਵੇ ਦੇ ਵਿੱਚ ਕੀਤਾ ਜਾਂਦਾ, ਚਾਹੇ ਉਹ 5 ਸਟੈਪ 'ਚ ਕਰ ਲਿਆ ਕਿਸੇ ਨੇ, ਚਾਹੇ 6 'ਚ ਕਰ ਲਿਆ, ਚਾਹੇ 7 'ਚ ਕਰ ਲਿਆ। ਸੋ these are the characteristics of ਸਾਇੰਟੀਫਿਕ ਮੈਥਡ, ਕਿ ਸਾਇੰਟੀਫਿਕ ਮੈਥਡ ਦੀਆਂ ਵਿਸ਼ੇਸ਼ਤਾਵਾਂ ਕੀ ਨੇ, ਕਿਉਂ ਇਹ ਜ਼ਿਆਦਾ ਪਪੂਲਰ ਹੈ, ਕਿਉਂ ਲੋਕੀ ਇਹਨੂੰ ਜ਼ਿਆਦਾ ਅਪਰੂਵ ਕਰਦੇ ਨੇ। ਫਸਟ, ਦਾ ਏਮ, ਦਾ ਪਰਪਸ ਆਫ ਸਾਇੰਟੀਫਿਕ ਰਿਸਰਚ ਇਜ਼ very much clear। ਇਹਦੇ ਏਮ ਕੀ ਹੁੰਦੇ ਨੇ, the aim or the goal or the objective of the scientific method is very clear, no double meaning, no double bias। it means simply ਜੋ ਅਸੀਂ ਕਰਨ ਜਾ ਰਹੇ ਹਾਂ ਉਹਦਾ ਏਮ ਜਾਂ objective is very much clear as compared to earlier method। second, rigorous ਹੈ, proper ਤੁਸੀਂ ਦੇਖਿਆ ਕਿ ਇੱਕ scientific ਤਰੀਕੇ ਨਾਲ ਅਸੀਂ ਸਾਰਾ ਕੰਮ ਕਰਦੇ ਹਾਂ, ਉਸ procedure ਨੂੰ follow ਕਰਦੇ ਹਾਂ। third, based on good theoretical base and sound methodology। as compared to the previous practices, scientific method is based on good theoretical base। then carefully ਕੀਤਾ ਜਾਂਦਾ ਸਾਰਾ process ਨੂੰ, ਇੱਕ ਪ੍ਰੋਸੀਜਰ ਨੂੰ ਫੋਲੋ ਕੀਤਾ ਜਾਂਦਾ ਪ੍ਰੋਪਰ। ਦੈਨ ਟੈਸਟੇਬਿਲਿਟੀ ਹੈ, ਜੋ ਇਹਦੇ ਰਿਜ਼ਲਟ ਆਏ ਹੁੰਦੇ ਨੇ ਵੀ ਕੈਨ ਟੈਸਟ ਇਟ ਅਗੇਨ ਆਲਸੋ। ਜਿਹੜੀ ਅਗਲੀ ਇਹਦੀ ਨਾਲ ਹੀ ਕਰੈਕਟਰਿਸਟਿਕਸ ਬਣਦੀ ਹੈ ਰੈਪਲੀਕੇਬਿਲਿਟੀ। ਇਹ ਕਿਸੇ ਵੀ ਰਿਸਰਚ ਦੀ ਇੱਕ ਬਹੁਤ ਵਧੀਆ ਕੁਆਲਿਟੀ ਹੁੰਦੀ ਹੈ ਕਿ ਜਿਹੜੀ ਰਿਸਰਚ ਨੂੰ ਅਸੀਂ ਦੁਬਾਰਾ ਤੋਂ ਰੈਪਲੀਕੇਟ ਵੀ ਕਰ ਸਕੀਏ, ਕਿ ਜੋ ਇਹ ਫਾਈਂਡਿੰਗਸ ਨੇ, ਮੰਨ ਲਓ ਤੁਸੀਂ ਇੱਕ ਰਿਸਰਚ ਕੀਤੀ ਆ, ਤੁਹਾਡੀ ਰਿਸਰਚ ਮੰਨ ਲਓ ਤੁਸੀਂ ਲੈਕਚਰ ਮੈਥਡ ਤੇ ਡਿਸਕਸ਼ਨ ਮੈਥਡ ਨੂੰ ਕੰਪੇਅਰ ਕੀਤਾ ਕਿ ਦੋਨਾਂ 'ਚੋਂ ਕਿਹੜਾ ਮੈਥਡ ਬੈਟਰ ਹੈ। ਤੁਹਾਡੇ ਰਿਜ਼ਲਟ ਨੇ ਇਹ ਪ੍ਰੂਵ ਕੀਤਾ ਕਿ ਡਿਸਕਸ਼ਨ ਮੈਥਡ ਇਜ਼ ਬੈਟਰ ਦੈਨ ਲੈਕਚਰ ਮੈਥਡ ਇਨ 9th ਕਲਾਸ ਆਫ ਲੁਧਿਆਣਾ ਗਵਰਨਮੈਂਟ ਸਕੂਲਸ। ਹੁਣ ਜੇ ਤੁਹਾਡੀ ਇਹ ਰਿਸਰਚ ਦੀਆਂ ਫਾਈਂਡਿੰਗਸ ਨੇ, ਦੈਨ ਥੀਜ਼ ਫਾਈਂਡਿੰਗ ਸ਼ੁੱਡ ਬੀ ਰੈਪਲੀਕੇਬਲ। ਵੀ ਜੇ ਤੁਸੀਂ ਸਾਰਾ ਪ੍ਰੋਸੀਜਰ ਉਸੇ ਪ੍ਰੋਸੀਜਰ ਨੂੰ ਫੋਲੋ ਕੀਤਾ ਤਾਂ ਉਹ ਜਦੋਂ ਦੁਬਾਰਾ ਵੀ ਐਕਸਪੈਰੀਮੈਂਟ ਕੀਤਾ ਜਾਏਗਾ ਤਾਂ ਰਿਜ਼ਲਟ ਵਿਲ ਬੀ ਮੋਰ ਔਰ ਲੈਸ, ਕਿ ਜੋ ਉਹਦੀ ਆਪਾਂ ਪ੍ਰੋਸੀਜਰ ਸੈੱਟ ਕੀਤੇ ਨੇ, ਚਾਹੇ ਅਸੀਂ ਉਹਦਾ ਕੋਈ ਲੈਵਲ ਸੈੱਟ ਕਰ ਲੈਂਦੇ ਹਾਂ ਕਿ 95%, 99%, ਅਲੱਗ-ਅਲੱਗ ਰਿਸਰਚ ਦੇ ਵਿੱਚ ਲੈਵਲ ਸੈੱਟ ਹੁੰਦੇ ਨੇ ਕਿ ਅਸੀਂ 95% ਤੱਕ ਸ਼ੋਰ ਹੈ ਕਿ ਜਦੋਂ ਇਹ ਪ੍ਰੈਕਟੀਕਲ ਦੁਆਰਾ ਰਿਪੀਟ ਕੀਤਾ ਜਾਏਗਾ 95% ਆਫ ਦਾ ਟਾਈਮ ਦਾ ਰਿਜ਼ਲਟ ਵਿਲ ਬੀ ਸੇਮ।
ਜਿਹੜੀਆਂ ਸਾਇੰਸਿਸ ਹੁੰਦੀਆਂ ਨੇ, ਸਾਇੰਸਿਸ 'ਚ ਐਕੂਰੇਸੀ 99 ਤੱਕ 100 ਤੱਕ ਵੀ ਦੇਖੀ ਜਾਂਦੀ ਆ, ਲੇਕਿਨ ਬੇਸਿਕਲੀ ਸੋਸ਼ਲ ਸਾਇੰਸ 'ਚ ਆਪਾਂ ਕੀ ਫੋਲੋ ਕਰਦੇ ਆ 95% ਔਰ 99%। ਦੈਨ ਇਹਦੇ ਵਿੱਚ ਕੀ ਹੈ, ਨੈਕਸਟ ਪੁਆਇੰਟ ਕੌਨਫੀਡੈਂਸ ਰੈਫਰ ਟੂ ਦਾ ਪ੍ਰੋਬੇਬਿਲਿਟੀ ਦੈਟ ਆਰ ਐਸਟੀਮੇਟ ਆਰ ਕਰੈਕਟ। ਜਿਵੇਂ ਮੈਂ ਹੁਣੇ ਗੱਲ ਕੀਤੀ ਆ 95% 99%, ਉਹ ਕੀ ਨੇ, ਕੌਨਫੀਡੈਂਸ ਲੈਵਲ, ਕਿ ਅਸੀਂ ਯਕੀਨ ਨਾਲ ਕਹਿ ਸਕਦੇ ਹਾਂ ਕਿ ਜੋ ਸਾਡੇ ਐਕਸਪੈਰੀਮੈਂਟ ਦੇ ਰਿਜ਼ਲਟ ਨੇ, ਜੇ ਇਹੋ ਜਿਹੀਆਂ ਕੰਡੀਸ਼ਨਸ ਦੇ ਵਿੱਚ ਐਕਸਪੈਰੀਮੈਂਟ ਦੁਆਰਾ ਕੀਤਾ ਜਾਏਗਾ ਤਾਂ 95% ਟਾਈਮ ਦਾ ਰਿਜ਼ਲਟ ਵਿਲ ਬੀ ਸੇਮ, ਦੈਟ ਇਜ਼ ਕਾਲਡ ਸ਼ੋਰ ਹੋ ਸਕਦੇ ਹਾਂ ਕਿ ਇਹੀ ਰਿਜ਼ਲਟ ਦੁਬਾਰਾ ਰਿਪੀਟ ਕਰੇਗਾ। ਦੈਨ ਆਬਜੈਕਟਿਵ ਹੁੰਦੀ ਹੈ, ਆਬਜੈਕਟਿਵਿਟੀ ਸਮਝ ਸਕਦੇ ਹੋ ਕਿ ਸਬਜੈਕਟਿਵਿਟੀ ਤੇ ਆਬਜੈਕਟਿਵਿਟੀ 'ਚ ਕੀ ਡਿਫਰੈਂਸ ਹੈ। ਜਿਹੜਾ ਪਰਸਨਲ ਐਕਸਪੀਰੀਅੰਸ ਸੀ, ਅਥਾਰਟੀ ਸੀ, ਟ੍ਰੈਡੀਸ਼ਨ ਸੀ, ਜੋ ਪੁਰਾਣੇ ਮੈਥਡ ਯੂਜ਼ ਕੀਤੇ ਜਾਂਦੇ ਸੀ, ਦੋਜ਼ ਵਰ ਸਬਜੈਕਟਿਵ ਮੈਥਡ। ਇਹ ਕੀ ਹੈ, ਆਬਜੈਕਟਿਵ ਮੈਥਡ, ਕਿਉਂਕਿ ਤੁਹਾਡੇ ਸਾਹਮਣੇ ਜੋ ਡਾਟਾ ਕਲੈਕਟ ਕੀਤਾ ਗਿਆ, ਡਾਟਾ ਨੂੰ ਸਾਇੰਟੀਫਿਕਲੀ ਐਨਾਲਾਈਜ਼ ਕੀਤਾ ਗਿਆ, ਜੋ ਦੇ ਰਿਜ਼ਲਟ ਆਏ ਨੇ ਉਹਨਾਂ ਦੇ ਬੇਸਿਸ ਤੇ ਕੀ ਬਣੇ ਨੇ, ਕਨਕਲੂਜਨ ਬਣੇ ਨੇ, ਬਾਇਸਨੈਸ ਘਟ ਜਾਂਦੀ ਆ, ਸਬਜੈਕਟਿਵਿਟੀ ਘਟ ਜਾਂਦੀ ਆ। ਸੋ ਦੈਟਸ ਵਾਈ ਵੀ ਕਾਲ ਇਟ ਮੋਰ ਆਬਜੈਕਟਿਵ ਮੈਥਡ। ਨੈਕਸਟ ਸਟੈਪ ਜਨਰਲਾਈਜੇਸ਼ਨ। ਹੁਣ ਜਨਰਲਾਈਜੇਸ਼ਨ ਕੀ ਹੁੰਦੀ ਹੈ ਕਿ ਜਿਹੜੀ ਚੀਜ਼ ਇੱਕ ਸਥਿਤੀ 'ਚ, ਦੋ ਸਥਿਤੀ 'ਚ, ਤਿੰਨ ਸਥਿਤੀਆਂ 'ਚ ਸੇਮ ਕਰ ਰਹੇ ਹਾਂ, ਜੇ ਉਹੀ ਸਥਿਤੀ ਨੂੰ ਅਸੀਂ ਕਹੀਏ ਕਿ ਇਹੋ ਜਿਹੀਆਂ ਜਿੰਨੀਆਂ ਵੀ ਸਥਿਤੀਆਂ ਹੋਣਗੀਆਂ ਉਹਨਾਂ 'ਚ ਸੇਮ ਪ੍ਰੋਸੀਜਰ ਅਪਲਾਈ ਹੋਏਗਾ, ਦੈਟ ਇਜ਼ ਕਾਲਡ ਜਨਰਲਾਈਬਿਲਿਟੀ। ਤੁਸੀਂ ਕੀ ਹੋ, ਜਨਰਲਾਈਜੇਸ਼ਨ ਕੀ ਹੈ, ਸਧਾਰਨੀਕਰਨ। ਸਾਇੰਸ ਦੇ ਵਿੱਚ ਪੜ੍ਹਦੇ ਹੋਵੋਗੇ ਕਿ ਜਦੋਂ ਇੱਕ ਐਕਸਪੈਰੀਮੈਂਟ ਨੂੰ ਆਪਾਂ ਕਹਿੰਦੇ ਆ ਲਾਅ ਆਫ ਡਿਮਾਂਡ, ਜਿੰਨੇ ਵੀ ਲਾਜ਼ ਹੁੰਦੇ ਨੇ, ਜਿੰਨੇ ਵੀ ਪ੍ਰਿੰਸੀਪਲਸ ਬਣੇ ਹੁੰਦੇ ਨੇ, ਉਹ ਕਿਸ ਪਾਸੇ ਨੂੰ ਡਾਇਰੈਕਸ਼ਨ ਲੈ ਕੇ ਜਾਂਦੇ ਹੁੰਦੇ ਨੇ, ਜਨਰਲਾਈਜੇਸ਼ਨ ਵੱਲ ਨੂੰ। ਹੁਣ ਲਾਅ ਆਫ ਡਿਮਾਂਡ ਕੀ ਕਹਿੰਦਾ ਕਿ ਜਿਵੇਂ ਜਿਵੇਂ ਕਿਸੇ ਚੀਜ਼ ਦੀ ਪ੍ਰਾਈਸ ਵੱਧਦੀ ਆ ਤਾਂ ਕੋਰਸਪੋਂਡਿੰਗ ਡਿਮਾਂਡ ਵਿਲ ਡਿਕਰੀਜ਼। ਅਸੀਂ ਇਸ ਲਾਅ ਨੂੰ ਕੀ ਕਰ ਸਕਦੇ ਹਾਂ, ਜਨਰਲਾਈਜ਼ ਕਰ ਸਕਦੇ ਹਾਂ। ਉਹਦਾ ਕੀ ਕਰ ਸਕਦੇ ਹਾਂ, ਸਧਾਰਨੀਕਰਨ ਕਰ ਸਕਦੇ ਹਾਂ ਕਿ ਜਦੋਂ ਵੀ ਇਹੋ ਜਿਹੀ ਕੰਡੀਸ਼ਨ ਹੋਏਗੀ ਤਾਂ ਦੈਟ ਵਿਲ ਬੀ ਦਾ ਪੋਸੀਬਲ ਆਊਟਕਮ। ਉਹਨੂੰ ਕੀ ਬੋਲਦੇ ਆ, ਜਨਰਲਾਈਜੇਸ਼ਨ। ਇਟ ਮੀਨਸ ਸਕੋਪ ਆਫ applicability of findings of the research, the wider applicability the better is research। ਜਿਵੇਂ ਹੁਣ ਕਰੋਨਾ ਦੀ ਵੈਕਸੀਨੇਸ਼ਨ ਬਣ ਰਹੀ ਹੈ, ਜੇ ਉਹ ਕਰੋਨਾ ਦੀ ਵੈਕਸੀਨੇਸ਼ਨ ਜਿੰਨੇ ਵੱਡੇ ਲੈਵਲ ਤੱਕ ਉਹਦੇ ਰਿਜ਼ਲਟ ਕਾਮਨ ਆ ਰਹੇ ਨੇ, ਕਿ ਚਾਹੇ ਉਹਨੂੰ ਇੰਡੀਅਨ ਪਾਪੂਲੇਸ਼ਨ ਤੇ ਲਾਇਆ ਜਾਵੇ, ਚਾਹੇ ਪਾਕਿਸਤਾਨੀ ਪਾਪੂਲੇਸ਼ਨ ਤੇ, ਚਾਹੇ ਏਸ਼ੀਅਨ ਪਾਪੂਲੇਸ਼ਨ ਤੇ, ਚਾਹੇ ਅਮਰੀਕਨ ਪਾਪੂਲੇਸ਼ਨ ਤੇ, ਇਟ ਮੀਨਸ ਜਿੰਨਾ ਵੱਡਾ ਉਹਦਾ ਸਕੋਪ ਹੈ ਵੀ ਉਹ ਅਸਰ ਕਰੇਗੀ, ਉਨੀ ਉਹਦੀ ਕੀ ਹੈ, ਜਨਰਲਾਈਜੇਸ਼ਨ ਜ਼ਿਆਦਾ। ਸੋ ਜਿਹੜਾ ਸਾਇੰਟੀਫਿਕ ਮੈਥਡ ਹੁੰਦਾ, ਇਹਦੀ ਜਨਰਲਾਈਜੇਸ਼ਨ ਐਜ਼ ਕੰਪੇਅਰ ਟੂ ਪ੍ਰੀਵੀਅਸ ਜਿਹੜੇ ਮੈਥਡ ਸੀ ਜ਼ਿਆਦਾ ਤੇ ਬੈਟਰ ਹੈ। ਇਹ ਸੀ ਦੀਆਂ ਕੁਝ ਕਰੈਕਟਰਿਸਟਿਕਸ। ਲਾਸਟ ਦੇ ਉੱਤੇ ਦੀਆਂ 2-4 ਲਿਮਿਟੇਸ਼ਨਸ, ਕਿ ਇਹਦੀਆਂ ਲਿਮਿਟੇਸ਼ਨ ਕੀ ਹੋ ਸਕਦੀਆਂ ਨੇ। ਪਹਿਲਾ ਪੁਆਇੰਟ, ਇਨਐਬਿਲਿਟੀ ਟੂ ਆਨਸਰ ਵੈਲਿਊ ਬੇਸਡ ਕੁਐਸਚਨ। ਤੁਸੀਂ ਦੇਖਿਆ ਹੋਣਾ ਕਿ ਇਹਦਾ ਫੋਕਸ ਕੀ ਹੈ, ਕੁਆਂਟੀਫਿਕੇਸ਼ਨ ਤੇ, ਇਫੈਕਟ ਦੇ ਉੱਪਰ। ਲੇਕਿਨ ਬਹੁਤ ਸਾਰੀਆਂ ਇਹ ਹੁੰਦੀਆਂ ਨੇ ਕਦਰਾਂ ਕੀਮਤਾਂ, ਵੈਲਿਊ ਬੇਸਡ, ਲੋਕਾਂ ਦੇ ਸੁਝਾਅ, ਲੋਕ ਉਸ ਚੀਜ਼ ਬਾਰੇ ਕਿਵੇਂ ਸੋਚਦੇ ਨੇ, ਕਿਵੇਂ ਕਰਦੇ ਨੇ, ਜਿਹੜੀਆਂ ਸਾਡੀਆਂ ਵੈਲਿਊਜ਼ ਨਾਲ ਜੁੜਿਆ ਸਿਸਟਮ ਹੁੰਦਾ। ਹੁਣ ਦੇਖੋ, ਕੋਈ ਰੱਬ ਨੂੰ ਮੰਨ ਰਿਹਾ, ਕੋਈ ਨਹੀਂ ਮੰਨ ਰਿਹਾ, ਕਿਸੇ ਵਾਸਤੇ ਵੈਲਿਊ ਸਿਸਟਮ ਕੁਝ ਹੋਰ ਹੈ, ਕਿਸੇ ਵਾਸਤੇ ਵੈਲਿਊ ਸਿਸਟਮ ਕੁਝ ਹੋਰ ਹੈ। ਜਿਹੜੀਆਂ ਇਦਾਂ ਦੀਆਂ ਕੁਆਲੀਟੇਟਿਵ, ਜਿਹੜੀਆਂ ਅਸੀਂ ਕੁਆਲਿਟੀਜ਼ ਨੂੰ ਮੈਜ਼ਰ ਕਰਨਾ ਹੁੰਦਾ, ਉਹਨਾਂ ਵਾਸਤੇ ਇਹ ਮੈਥਡ ਉਹਨਾਂ ਐਪਰੋਪ੍ਰੀਏਟ ਨਹੀਂ ਹੈ ਜਿੰਨਾ ਇਹ ਕੁਆਂਟੀਫੇਬਲ, ਜਾਂ ਜਿੱਥੇ ਅਸੀਂ ਕੁਆਂਟੀਟਿਵ ਰਿਸਰਚ ਕਰਦੇ ਹਾਂ ਉੱਥੇ ਜ਼ਿਆਦਾ ਇੰਪੋਰਟੈਂਟ ਹੈ। ਦੈਨ ਇਨਐਬਿਲਿਟੀ ਟੂ ਕੈਪਚਰ ਦਾ ਫੁੱਲ ਰਿਚਨੈਸ ਐਂਡ ਕੰਪਲੈਕਸਿਟੀਜ਼ ਆਫ ਦਾ ਪਾਰਟਿਸਿਪੈਂਟ। ਜਦੋਂ ਵੀ ਅਸੀਂ ਡੀਪਲੀ ਰਿਸਰਚ ਕਰਨੀ ਆ, ਜਦੋਂ ਵੀ ਅਸੀਂ ਉਸ ਦੀ ਡਿਟੇਲ ਲੱਭਣੀ ਆ, ਦੈਨ ਵੀ ਹੈਵ ਟੂ ਮੂਵ ਟੂ ਦਾ ਕੁਆਲੀਟੇਟਿਵ ਰਿਸਰਚ। ਜਦੋਂ ਅਸੀਂ ਇੱਕ ਸਟੈਪ ਹੋਰ ਅੱਗੇ ਜਾ ਕੇ ਕੰਮ ਕਰਨਾ ਚਾਹੁੰਦੇ, ਜੋ ਡਾਟਾ ਕੀ ਹੈ, ਡਾਟਾ ਜੋ ਸਾਹਮਣੇ ਨਜ਼ਰ ਆ ਰਿਹਾ, ਜੋ ਸਾਹਮਣੇ ਕੋਈ ਸਟੂਡੈਂਟ ਜਾਂ ਪਾਰਟਿਸਿਪੈਂਟ ਕਿਸੇ ਰਿਸਰਚ ਫਿਲ ਕਰ ਰਿਹਾ, ਲੇਕਿਨ ਉਹਦੇ ਬਾਰੇ ਕੀ ਸੋਚਦਾ, ਕੀ ਵਿਚਾਰ ਨੇ, ਉਹ ਕਦੋਂ ਪਤਾ ਲੱਗਣਗੇ, ਜਦੋਂ ਅਸੀਂ ਉਹਦਾ ਕੁਆਲੀਟੇਟਿਵ ਐਨਾਲਿਸਿਸ ਕਰਦੇ ਹਾਂ, ਡੀਪਲੀ ਐਨਾਲਾਈਜ਼ ਕਰਦੇ ਹਾਂ। ਉੱਥੇ ਦੀ ਥੋੜੀ ਜਿਹੀ ਲਿਮਿਟੇਸ਼ਨ ਹੈ, ਕਿਉਂਕਿ ਇਹਦਾ ਮੇਨ ਫੋਕਸ ਕੀ ਹੈ, ਕਿਸੇ ਵੀ ਡਾਟਾ ਨੂੰ ਕੁਆਂਟੀਟੇਟਿਵ ਫਾਰਮ ਦੇ ਵਿੱਚ ਇਕੱਠਾ ਕਰਨਾ ਤੇ ਉਹਦੇ ਬੇਸਿਸ ਤੇ ਉਹਦਾ ਰਿਲੇਸ਼ਨਸ਼ਿਪ ਜਾਂ ਉਹਦਾ ਇਫੈਕਟ ਨੂੰ ਐਸਟੈਬਲਿਸ਼ ਕਰਨਾ। ਦੈਨ ਨੈਕਸਟ, ਲਿਮਿਟੇਸ਼ਨ ਆਫ ਮੈਜ਼ਰਮੈਂਟ ਇੰਸਟਰੂਮੈਂਟ। ਹੁਣ ਕਿਸੇ ਵੀ ਚੀਜ਼ ਦਾ ਡਾਟਾ ਇਕੱਠਾ ਕਰਨ ਲਈ ਵੀ ਹੈਵ ਸਮ ਟੂਲਸ ਔਰ ਸਮ ਟੈਕਨੀਕਸ ਔਰ ਸਮ ਇੰਸਟਰੂਮੈਂਟਸ। ਹੁਣ ਜੇ ਉਹ ਡਾਟਾ ਕਲੈਕਟ ਕਰਨ ਵਾਲਾ ਟੂਲ ਹੀ ਗਲਤ ਹੋਵੇ, ਜਾਂ ਡਾਟਾ ਕਲੈਕਟ ਕਰਨ ਵਾਲਾ ਟੂਲ ਪੂਰੀ ਤਰ੍ਹਾਂ ਐਕੂਰੇਟ ਨਾ ਹੋਵੇ, ਤਾਂ ਕੁਆਂਟਿਟੀ ਜਿਹੜੀ ਅਸੀਂ ਮੈਜ਼ਰ ਕਰ ਰਹੇ ਹਾਂ ਉਹ ਵੀ ਪ੍ਰੋਪਰਲੀ ਕੁਆਂਟੀਫਾਈ ਨਹੀਂ ਹੋਏਗੀ। ਜੇ ਛੋਟੀ ਜਿਹੀ ਐਗਜ਼ਾਮਪਲ ਲਈਏ,
ਜੇ ਆਪਾਂ ਮਿਲਕਮੈਨ ਦਾ ਜਿਹੜਾ ਮਿਲਕ ਨੂੰ ਮੈਜ਼ਰ ਕਰਨ ਦੀ ਕੁਆਂਟੀਟੀ ਆ ਉਹ ਲੀਟਰਸ ਦੇ ਵਿੱਚ ਹੈ। ਜੇ ਹੁਣ ਜਿਸ ਲੀਟਰ ਵਾਸਤੇ ਉਹ ਆਪਣੀ ਮਿਲਕ ਨੂੰ ਮੈਜ਼ਰ ਕਰਨ ਲਈ ਲੀਟਰ ਯੂਜ਼ ਕਰ ਰਿਹਾ, ਜੇ ਉਹ ਲੀਟਰ ਦੇ ਵਿੱਚ ਕੋਈ ਗਲਤੀ ਹੋਵੇ, ਉਹ ਲੀਟਰ ਪ੍ਰੋਪਰਲੀ 1000 ml ਉਹਦੇ ਵਿੱਚ ਨਹੀਂ ਪੈਂਦਾ ਹੈਗਾ ਮਿਲਕ, ਤਾਂ ਅਸੀਂ ਕਿਸ ਤਰ੍ਹਾਂ ਸ਼ੋਰ ਹੋ ਸਕਦੇ ਹਾਂ ਕਿ ਉਹ 1 ਲੀਟਰ ਦੁੱਧ ਪੂਰਾ ਦਿੱਤਾ ਗਿਆ। ਇਟ ਮੀਨਸ ਉਹ ਦੁੱਧ ਦੀ ਜਿਹੜੀ ਕੁਆਂਟੀਫਿਕੇਸ਼ਨ ਆ ਉਹ ਕਿਤੇ ਡਿਪੈਂਡ ਕਰਦੀ ਆ ਉਹਦੇ ਕੁਆਂਟੀਫਾਈ ਕਰਨ ਵਾਲੇ ਇੰਸਟਰੂਮੈਂਟ ਤੇ। ਸੇਮ ਤਰੀਕੇ ਨਾਲ ਜੇ ਅਸੀਂ ਕਿਸੇ ਗਰੋਸਰੀ ਸ਼ਾਪ ਤੋਂ ਕੁਝ ਬਾਏ ਕਰ ਰਹੇ ਹਾਂ, if there is some error in the weighing machine, then the result will not be as we expected. So this is the limitation related to measuring instrument. In the same way, ਜੇ ਅਸੀਂ ਕਿਸ ਦੀ ਇੰਟੈਲੀਜੈਂਸ ਮੈਜ਼ਰ ਕਰ ਰਹੇ ਹਾਂ, ਉਹਦੀ ਇੰਟੈਲੀਜੈਂਸ ਮੈਜ਼ਰ ਨਹੀਂ ਕਰਦੇ ਸੀ, ਵਰਡ ਯੂਜ਼ ਕਰਦੇ ਹਾਂ, ਅਸੈਸ ਕਰ ਰਹੇ ਹਾਂ। ਜੇ ਅਸੀਂ ਉਹਦੀ ਇੰਟੈਲੀਜੈਂਸ ਨੂੰ ਅਸੈਸ ਕਰ ਰਹੇ ਹਾਂ, ਤਾਂ ਉਹਦੀ ਇੰਟੈਲੀਜੈਂਸ ਨੂੰ ਅਸੈਸ ਕਰਨ ਲਈ ਅਸੀਂ ਇੱਕ ਟੂਲ ਯੂਜ਼ ਕੀਤਾ, ਅਸੀਂ ਇੱਕ ਟੈਸਟ ਯੂਜ਼ ਕੀਤਾ। ਜਿਹੜਾ ਇੰਟੈਲੀਜੈਂਸ ਦਾ ਟੈਸਟ ਯੂਜ਼ ਕੀਤਾ, ਜੇ ਉਸ ਇੰਸਟਰੂਮੈਂਟ 'ਚ ਕੋਈ ਐਰਰ ਹੈ ਤਾਂ ਸਾਇੰਟੀਫਿਕ ਮੈਥਡ ਦੀ ਕੀ ਬਣ ਜਾਂਦੀ ਹੈ, ਇੱਕ ਲਿਮਿਟੇਸ਼ਨ ਬਣ ਜਾਂਦੀ ਆ। ਦ ਲਾਸਟ ਇਜ਼ ਐਥੀਕਲ ਐਂਡ ਲੀਗਲ ਰਿਸਪੌਂਸਿਬਿਲਿਟੀ। ਜਦੋਂ ਵੀ ਅਸੀਂ ਕੁਝ ਹਿਊਮਨ ਬਿਹੇਵੀਅਰ ਤੇ ਰਿਸਰਚ ਕਰਦੇ ਹਾਂ ਤਾਂ ਉੱਥੇ ਕੁਝ ਇੱਦਾਂ ਦੇ ਇਸ਼ੂਜ਼ ਆਉਂਦੇ ਨੇ ਜਿਨ੍ਹਾਂ ਤੇ ਕਈ ਵਾਰ ਤੁਸੀਂ ਡਾਇਰੈਕਟਲੀ ਉਸ ਚੀਜ਼ ਨੂੰ ਮੈਜ਼ਰ ਨਹੀਂ ਕਰ ਸਕਦੇ, ਜਾਂ ਉੱਦਾਂ ਦੇ ਕੁਐਸਚਨ ਫਰੇਮ ਕਰਕੇ ਉਸ ਚੀਜ਼ ਨੂੰ ਕੁਆਂਟੀਫਾਈ ਕਰਨ 'ਚ ਪ੍ਰੋਬਲਮ ਆਉਂਦੀ ਹੈ। So there may be some more limitations of scientific method. You can search in your books or on the internet, and we can discuss later on. So ਤੁਹਾਡੇ ਵਾਸਤੇ ਹੁਣ ਇੱਕ ਛੋਟਾ ਜਿਹਾ ਕੰਮ ਇਹ ਹੋ ਸਕਦਾ ਕਿ ਇੱਕ ਤਾਂ ਮੈਰਿਟਸ ਤੁਸੀਂ ਆਪ ਕੱਢਣੀਆਂ ਨੇ। ਮੈਰਿਟਸ ਮੈਂ ਕਿਉਂ ਨਹੀਂ ਲਿਖਵਾਈਆਂ, ਕਿਉਂਕਿ ਮੋਸਟ ਆਫ ਦਾ ਮੈਰਿਟਸ ਆਈ ਹੈਵ ਡਿਸਕਸਡ in one or another way in the topic of steps of research, scientific method and characteristics of research. ਸੋ ਦੋਨਾਂ ਚੀਜ਼ਾਂ ਦੇ ਵਿੱਚੋਂ ਕੱਢ ਕੇ you can make merits of scientific method and you can add some more points and limitation of scientific method. So with this with these slides, we have covered what is a scientific method, then what are the steps of scientific method, then what are the characteristics of scientific method, and what are the limitations of scientific method. So our today's topic is complete here about the scientific method. So now you can read from your books and prepare your own notes. A mediocre teacher explains, a good teacher demonstrates, and a great teacher inspires. A journey which began over 100 years ago. This is the story of Guru Har Gobind Sahib Khalsa College, also known as the Wonder in Rural Hinterland.